ਲਾਸਟ ਲੈਕਚਰ ਦੇ ਵਿੱਚ ਮੈਂ ਡਿਸਕਸ ਕਰ ਰਹੀ ਸੀਗੀ ਕਾਰਬੋਰੇਟਡ ਵਾਟਰ ਗੈਸ। ਆਪਾਂ ਉਹਦੇ ਯੂਜ਼ਸ ਡਿਸਕਸ ਕਰ ਰਹੇ ਸੀ। ਕਿਸੇ ਵਜ੍ਹਾ ਕਰਕੇ ਵੀਡੀਓ ਡਿਸਕਨੈਕਟ ਹੋ ਗਈ ਸੀ ਦੁਬਾਰਾ ਤੋਂ ਆਪਾਂ ਉਸੇ ਤਰ੍ਹਾਂ ਹੀ ਲੈਕਚਰ ਨੂੰ ਅੱਗੇ ਚੱਲਦਾ ਕਰਦੇ ਹਾਂ। ਸੋ ਇਹ ਹੋਰ ਅੱਗੇ ਦਾ ਇਟ ਇਜ਼ ਯੂਜ਼ਡ ਫॉर द ਮੈਨੂਫੈਕਚਰਿੰਗ ਆਫ ਐਲਕੋਹਲ ਮੈਨੂਫੈਕਚਰ ਕਰਨ ਵਾਸਤੇ ਵੀ ਯੂਜ਼ ਹੁੰਦੀ ਹੈ। ਇਟ ਇਜ਼ ਯੂਜ਼ਡ ਐਜ਼ ਅ ਫਿਊਲ ਇਨ ਦ ਇੰਡਸਟਰੀਅਲ ਪ੍ਰੋਸੈਸ। ਕਈ ਇੰਡਸਟਰੀਅਲ ਪ੍ਰੋਸੈਸ ਦੇ ਵਿੱਚ ਵੀ ਐਜ਼ ਅ ਫਿਊਲ ਜਿਹੜੀ ਹੈ ਇਹ ਵਾਟਰ ਗੈਸ ਯੂਜ਼ ਹੁੰਦੀ ਹੈ। ਨੈਕਸਟ ਆਪਾਂ ਜਿਹੜਾ ਟੌਪਿਕ ਡਿਸਕਸ ਕਰਨਾ ਹੈ that is the producer gas. What is this producer gas? Producer gas it is the mixture of carbon monoxide and nitrogen. याद रखनी है गल, वाटर गैस कार्बन मोनोऑक्साइड सेम है, ਇੱਥੇ ਹਾਈਡਰੋਜਨ ਸੀ, ਲੇਕਿਨ ਪ੍ਰੋਡਿਊਸਰ ਗੈਸ ਦੇ ਵਿੱਚ ਕਾਰਬਨ ਮੋਨੋਆਕਸਾਈਡ ਸੇਮ ਹੈ, ਹਾਈਡਰੋਜਨ ਦੀ ਜਗ੍ਹਾ ਤੇ ਨਵੀਂ ਗੈਸ ਆ ਗਈ that is ਨਾਈਟ੍ਰੋਜਨ. So this is the basic difference between the producer gas and water gas. So producer gas, this is the mixture of carbon monoxide and nitrogen, whereas the water gas, that is the mixture of carbon monoxide and hydrogen gas. Almost ਇਹਨਾਂ ਨੂੰ ਮੈਨੂਫੈਕਚਰ ਕਰਨ ਦੇ ਤਰੀਕੇ ਸੇਮ ਹੀ ਆ. So it can be prepared by passing air mixed with little steam. ਹੁਣ ਇਹਦੇ ਵਿੱਚ 에ਅਰ ਔਰ ਸਟੀਮ ਦਾ ਮਿਕਸਚਰ ਇਕੱਠੇ ਪਾਸ ਕਰਨਾ। ਜਦ ਕਿ ਜਦੋਂ ਅਸੀਂ ਵਾਟਰ ਗੈਸ ਦੀ ਮੈਨੂਫੈਕਚਰਿੰਗ ਕੀਤੀ ਸੀਗੀ, ਸਾਡੇ ਕੋਲ ਹੌਟ ਤੇ ਕੋਲਡ ਬਲੋ ਅਸੀਂ ਪਾਸ ਕਰਦੇ ਸੀ। ਇੱਕ ਵਿੱਚ ਦੀ 에ਅਰ ਪਾਸ ਕਰਦੇ ਸੀ ਇਨਲੈਟ ਦੇ ਥਰੂ, ਇੱਕ ਵਿੱਚ ਦੀ ਸਟੀਮ ਪਾਸ ਕਰਦੇ ਸੀ। ਲੇਕਿਨ ਇਹਦੇ ਵਿੱਚ ਅਸੀਂ ਸਟੀਮ ਔਰ 에ਅਰ ਦੋਨਾਂ ਦਾ ਮਿਕਸਚਰ ਇਕੱਠੇ ਪਾਸ ਕਰਨਾ ਹੈ, ਠੀਕ ਹੈ, ਰਾਈਟ। ਸਟੀਮ ਓਵਰ ਦਾ ਰੈੱਡ ਹੌਟ ਕੋਕ, ਉਸੇ ਤਰ੍ਹਾਂ ਰੈੱਡ ਹੌਟ ਕੋਕ ਹੈ ਸਾਡੇ ਕੋਲ, ਏਯੂ ਕਨਵਰਟਰ ਉਸੇ ਤਰ੍ਹਾਂ ਦਾ ਹੈਗਾ ਹੈ ਜਿਹਦੇ ਵਿੱਚ ਕੱਪ ਐਂਡ ਕੋਨ ਅਰੇਂਜਮੈਂਟ ਹੈ, ਆਊਟਲੈਟ ਹੈ ਪ੍ਰੋਡਿਊਸਰ ਗੈਸ ਵਾਸਤੇ, ਇਨਲੈਟ ਇੱਕੋ ਹੀ ਆ ਬਾਟਮ ਤੇ, ਦੈਟ ਇਜ਼ ਫॉर ਦਾ ਮਿਕਸਚਰ ਆਫ 에ਅਰ ਐਂਡ ਸਟੀਮ। ਆ ਸਾਡੇ ਕੋਲ ਐਗਜ਼ਿਟ ਦਿੱਤੀ ਹੋਈ ਹੈ, ਦੈਟ ਇਜ਼ ਫॉर ਦਾ ਐਸ਼ਿਸ। ਕੋਲ ਨੂੰ ਬਰਨ ਹੋਣ ਤੇ ਜਿਹੜੀਆਂ ਐਸ਼ਿਸ ਹੋਣਗੀਆਂ ਉਹਨਾਂ ਨੂੰ ਇੱਥੋਂ ਦੀ ਅਸੀਂ ਬਾਹਰ ਨਿਕਾਲ ਸਕਦੇ ਹਾਂ। ਸੋ ਇਹਦੇ ਵਿੱਚ ਵੀ ਸਾਡੇ ਕੋਲ ਅਸੀਂ ਪਾਸ ਕਰਨਾ ਹੈ 에ਅਰ ਤੇ steam the mixture over the red hot coke, maintaining at the temperature of 1100 degree centigrade in a furnace known as the producer. ਇਸ furnace ਨੂੰ producer ਦੇ ਨਾਮ ਨਾਲ ਉਹਨੇ ਕਿਹਾ ਹੈ। ਸੋ producer ਕੀ ਹੈ, ਇਹਦੀ ਕੰਸਟਰਕਸ਼ਨ ਬਾਰੇ ਥੋੜਾ ਜਿਹਾ ਆਪਾਂ ਡਿਸਕਸ ਕਰ ਲਈਏ। It is a cylindrical vessel made up of mild steel. It is lined inside with the fire bricks. It is 2 to 4 meter in diameter and 3 to 5 meter in height. It has cup and cone arrangement at the top. So when air is passed through the carbon मतलब कोल नु क्या है, to produce carbon dioxide gas. Carbon dioxide get reduced to carbon monoxide gas. ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ, 에ਅਰ ਦੇ ਵਿੱਚ ਪ੍ਰੈਜ਼ੈਂਟ ਜਿਹੜੀ ਆਕਸੀਜਨ ਹੈ ਉਹਦੀ ਪ੍ਰੈਜ਼ੈਂਸ ਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਗੈਸ ਇੱਥੇ ਬਰਨਿੰਗ ਦੇ ਥਰੂ ਬਣੀ ਆ, ਫਰਦਰ ਉਹਦੀ ਰਿਡਕਸ਼ਨ ਹੋ ਜਾਂਦੀ ਹੈ ਕਾਰਬਨ ਮੋਨੋਆਕਸਾਈਡ ਗੈਸ ਦੇ ਵਿੱਚ। ਕਾਰਬਨ ਮੋਨੋਆਕਸਾਈਡ ਗੈਸ ਦਸ ਫਾਰਮਡ ਗੈਟ ਮਿਕਸਡ ਵਿਦ ਨਾਈਟ੍ਰੋਜਨ, ਕਿਉਂਕਿ ਅਸੀਂ 에ਅਰ ਦਾ ਮਿਕਸਚਰ ਪਾਸ ਕੀਤਾ, 에ਅਰ ਦੇ ਵਿੱਚ ਨਾਈਟ੍ਰੋਜਨ ਗੈਸ ਵੀ ਹੈਗੀ ਆ। ਤਾਂ ਆ ਜਿਹੜੀ ਕਾਰਬਨ ਮੋਨੋਆਕਸਾਈਡ ਗੈਸ ਇਸ ਰਿਐਕਟਰ ਦੇ ਵਿੱਚ ਬਣੂਗੀ, ਉਹ ਨਾਈਟ੍ਰੋਜਨ ਗੈਸ ਦੇ ਨਾਲ ਮਿਕਸ ਹੋ ਕੇ ਇੱਕ ਨਵੀਂ ਗੈਸ ਪੈਦਾ ਕਰੂਗੀ ਵਿਚ ਇਜ਼ ਦਾ ਮਿਕਸਚਰ ਆਫ ਕਾਰਬਨ ਮੋਨੋਆਕਸਾਈਡ ਐਂਡ ਨਾਈਟ੍ਰੋਜਨ, ਐਂਡ ਦੈਟ ਗੈਸ ਇਜ਼ ਨੋਨ ਐਜ਼ ਦਾ ਪ੍ਰੋਡਿਊਸਰ ਗੈਸ। ਸੋ ਇਹ ਇਹਨੂੰ ਮੈਨੂਫੈਕਚਰਿੰਗ ਕਰਨ ਦਾ ਤਰੀਕਾ ਹੈਗਾ। ਸੋ ਜ਼ਿਆਦਾ ਇਹਦੇ ਵਿੱਚ ਡਿਟੇਲ ਜਿਹੜਾ ਹੈ ਤੁਸੀਂ ਨਹੀਂ ਕਰਨਾ, ਸੋ ਬਰੀਫ ਹੀ ਕਰਨਾ ਹੈ। ਸੋ ਇਹਦੇ ਵਿੱਚ ਜਿਹੜੇ ਰਿਐਕਸ਼ਨ ਹੁੰਦੇ ਆ ਉਹ ਡਿਸਕਸ ਕੀਤੇ ਆ। ਪਹਿਲੇ ਸਟੈਪ ਦੇ ਵਿੱਚ ਕਾਰਬਨ ਗੈਸ ਆਕਸੀਜਨ ਨਾਲ ਰਿਐਕਟ ਕਰਕੇ ਕਾਰਬਨ ਡਾਈਆਕਸਾਈਡ ਬਣਾਉਂਦੀ ਹੈ, ਰਾਈਟ। ਫਿਰ ਕਾਰਬਨ ਡਾਈਆਕਸਾਈਡ ਫਰਦਰ ਕਾਰਬਨ ਨਾਲ ਰਿਐਕਟ ਕਰਕੇ ਕਾਰਬਨ ਮੋਨੋਆਕਸਾਈਡ ਦੇ ਨਾਲ ਵਿੱਚ ਚੇਂਜ ਹੋ ਜਾਂਦੀ ਹੈ। ਸੋ ਇਸ ਦੇ ਦੌਰਾਨ ਹੀਟ ਜਿਹੜੀ ਆ ਉਹ ਕੰਜ਼ਿਊਮ ਹੁੰਦੀ ਹੈ। ਦਿਸ ਇਜ਼ ਐਂਡੋਥਰਮਿਕ ਪ੍ਰੋਸੈਸ। ਔਰ ਇਹ ਜਿਹੜੀ ਕਾਰਬਨ ਮੋਨੋਆਕਸਾਈਡ ਹੈ ਫਰਦਰ ਨਾਈਟ੍ਰੋਜਨ ਗੈਸ ਨਾਲ ਮਿਕਸ ਕਰਕੇ ਸਾਡੇ ਕੋਲ ਆ ਗੈਸ ਦਿੰਦੀ ਹੈ ਵਿਚ ਇਜ਼ ਨੋਨ ਐਜ਼ ਦ ਪ੍ਰੋਡਿਊਸਰ ਗੈਸ। ਸੋ ਬਰੀਫ ਇਹਦਾ ਪ੍ਰੋਡਿਊਸਰ ਗੈਸ ਦਾ ਦਿੱਤਾ ਹੋਇਆ, ਤੁਸੀਂ ਬਰੀਫ ਹੀ ਕਰਨਾ ਹੈ, ਜ਼ਿਆਦਾ ਡਿਟੇਲ 'ਚ ਕਰਨ ਦੀ ਜ਼ਰੂਰਤ ਨਹੀਂ ਹੈਗੀ। ਪ੍ਰੋਡਿਊਸਰ ਗੈਸ ਇਜ਼ ਅ ਮਿਕਸਚਰ ਆਫ ਕਾਰਬਨ monoxide and nitrogen. It can be prepared by passing air and little steam over red hot coke at the temperature of 1100 degree centigrade. ਸੋ ਤੁਹਾਡੇ ਵਾਸਤੇ ਇੰਨਾ ਹੀ ਸਫੀਸ਼ੀਐਂਟ ਹੈ, ਇੰਨਾ ਹੀ ਕਰ ਲੈਣਾ ਜਿੰਨਾ ਮੈਂ ਬਰੀਫਿੰਗ ਦੇ ਵਿੱਚ ਦੱਸਿਆ ਹੋਇਆ। ਰਿਐਕਸ਼ਨ ਜਦੋਂ ਅਸੀਂ ਰੈੱਡ ਹੌਟ ਕੋਕ ਦੇ ਵਿੱਚ ਉੱਤੋਂ ਦੀ 에ਅਰ ਤੇ ਲਿਟਲ ਸਟੀਮ ਦਾ ਮਿਕਸਚਰ ਪਾਸ ਕਰਾਂਗੇ, ਸਾਡੇ ਕੋਲ ਰਿਐਕਸ਼ਨ ਜੋ ਮੈਂ ਉੱਪਰ ਦੱਸਿਆ ਹੈ। First reaction, formation of carbon dioxide gas. Second reaction, formation of carbon monoxide gas. And in the third reaction, you will show the production of producer gas. If we discuss about its percentage composition, here the percentage of carbon monoxide is in between 22 to 30%, and nitrogen gas, जो कि ज़्यादा है,
that is 52 to 55%, ਹਾਈਡਰੋਜਨ 8 to 12%. ਸੋ ਇਸ ਤੋਂ ਇਲਾਵਾ ਹੋਰ ਵੀ ਹਾਈਡਰੋਕਾਰਬਨ ਇਹਦੇ ਵਿੱਚ ਹੋ ਸਕਦੇ ਆ। ਜੇ ਆਪਾਂ ਇਹਦੇ ਪ੍ਰੋਪਰਟੀਜ਼ ਬਾਰੇ ਡਿਸਕਸ ਕਰੀਏ, ਪੋਇਜ਼ਨਸ ਗੈਸ ਹੈ, ਪਾਣੀ ਦੇ ਵਿੱਚ ਅਘੁਲਨਸ਼ੀਲ ਹੈ। It is poisonous and insoluble in water. Poisonous because it has carbon monoxide gas. Its calorific value is 1300 kilocalorie per meter cube. Even water gas ਨਾਲੋਂ ਵੀ ਕਾਫੀ ਜ਼ਿਆਦਾ ਘੱਟ ਹੈ ਦੀ calorific value. So uses, it is used as heating fuel for certain furnaces like open hearth furnace. Open hearth furnace metallurgy ਦੇ ਵਿੱਚ steel manufacturing 'ਚ ਆਪਾਂ use ਕੀਤੀ ਸੀ। ਉੱਥੇ ਆਪਾਂ ਜਿਹੜਾ ਫਿਊਲ ਯੂਜ਼ ਕੀਤਾ ਸੀ ਦੈਟ ਵਾਜ਼ ਪ੍ਰੋਡਿਊਸਰ ਗੈਸ। ਠੀਕ ਹੈ, ਸੋ ਇਟ ਇਜ਼ ਯੂਜ਼ਡ ਇਨ ਓਪਨ ਹਰਥ ਫਰਨਸ, ਇਟ ਕੈਨ ਆਲਸੋ ਬੀ ਯੂਜ਼ਡ ਇਨ ਮਫਲ ਫਰਨਸ ਐਂਡ ਗਲਾਸ ਫਰਨਸ। ਸੋ ਇਹਨਾਂ ਦੇ ਵਿੱਚੋਂ ਜੇ ਤੁਹਾਨੂੰ ਪੁੱਛਿਆ ਜਾਵੇ ਕਿ ਇਹਨਾਂ ਦੇ ਵਿੱਚੋਂ ਸਾਰਿਆਂ ਨਾਲੋਂ ਜ਼ਿਆਦਾ ਜਿਹੜੀ ਫਰਨਸ ਹੈ ਕਿਹਦਾ ਟੈਂਪਰੇਚਰ ਹਾਈ ਹੁੰਦਾ, ਦੈਟ ਇਜ਼ ਦ ਮਫਲ ਫਰਨਸ, ਰਾਈਟ। ਸੋ ਹੋਰ ਇਹਦਾ ਯੂਜ਼ ਕੀਤੇ ਆ, ਇਟ ਇਜ਼ ਯੂਜ਼ ਟੂ ਪ੍ਰੋਵਾਈਡ ਰਿਡਿਊਸਿੰਗ ਐਟਮੋਸਫੇਅਰ ਇਨ ਸਰਟਨ ਮੈਟਲਰਜੀਕਲ ਆਪਰੇਸ਼ਨ। ਰਿਡਿਊਸਿੰਗ ਐਟਮੋਸਫੇਅਰ ਮਤਲਬ ਰਿਡਿਊਸਿੰਗ ਐਟਮੋਸਫੇਅਰ ਪ੍ਰੋਡਿਊਸ ਕਰਨ ਵਾਸਤੇ ਮਤਲਬ ਕਾਰਬਨ ਮੋਨੋਕਸਾਈਡ ਜਿੱਥੇ ਰਿਡਿਊਸਿੰਗ ਏਜੰਟ ਯੂਜ਼ ਕੀਤੀ ਜਾਂਦੀ ਹੈ, ਉੱਥੇ ਸਮੈਲਟਿੰਗ ਕਰਨ ਦੇ ਦੌਰਾਨ ਅਸੀਂ ਇਸ ਗੈਸ ਨੂੰ ਐਜ਼ ਏ ਸੋਰਸ ਆਫ ਰਿਡਿਊਸਿੰਗ ਏਜੰਟ ਯੂਜ਼ ਕਰ ਸਕਦੇ ਹਾਂ। ਦੈਨ ਆ ਗਈ ਜੀ ਸਾਡੇ ਕੋਲ ਅਗਲੀ ਗੈਸ, ਦਿਸ ਗੈਸ ਇਜ਼ ਆਇਲ ਗੈਸ। Oil gas is a mixture of hydrocarbons. Oil gas ਕੀ ਹੈ? ਮਿੱਟੀ, ਕੈਰੋਸਿਨ ਆਇਲ ਜਿਹਨੂੰ ਤੁਸੀਂ ਮਿੱਟੀ ਦਾ ਤੇਲ ਕਹਿੰਦੇ ਆ, ਉਹਦੀ ਡਿਸਟਿਲੇਸ਼ਨ ਦੇ ਥਰੂ ਬਣਦੀ ਹੈ। Oil gas is a mixture of hydrocarbon. It can be prepared by thermal cracking of kerosene oil. ਕੈਰੋਸਿਨ ਆਇਲ ਦੀ ਥਰਮਲ ਕ੍ਰੈਕਿੰਗ ਮਤਲਬ ਹੀਟ ਦੇ ਉੱਤੇ ਤੇਲ ਨੂੰ ਪਾ ਕੇ ਫਿਰ ਉਹ ਜਦੋਂ ਭਾਫ ਬਣ ਕੇ ਉੱਡਦਾ ਜਿਹੜਾ ਹਾਈਡਰੋਕਾਰਬਨ ਨਿਕਲਦੇ ਆ, ਦੈਟ ਇਜ਼ ਦ ਆਇਲ ਗੈਸ, right? Kerosene oil consists of hydrocarbon ranging from C11 to C16, मतलब इदां दे हाइड्रोकार्बन ਦਾ ਮਿਕਸਚਰ ਹੈ ਜਿਹਦੇ ਵਿੱਚ ਕਾਰਬਨ ਦਾ ਨੰਬਰ 11 ਤੋਂ ਲੈ ਕੇ 16 ਦੇ ਵਿੱਚ ਹੁੰਦਾ ਹੈ। ਸੋ ਕੈਰੋਸਿਨ ਆਇਲ ਦਾ ਆਪਣਾ ਫਾਰਮੂਲਾ C11H22। ਥਰਮਲ ਕ੍ਰੈਕਿੰਗ ਅਸੀਂ ਥਰਮਲੀ ਇਹਨੂੰ ਗਰਮ ਕੀਤਾ, ਰਾਈਟ, ਹੌਟ ਰਿਟੋਰਟ ਦੇ ਉੱਤੇ ਦੇ ਡ੍ਰੌਪ ਬਾਈ ਡ੍ਰੌਪ ਸਿੱਟਣਾ ਸ਼ੁਰੂ ਕੀਤਾ ਤਾਂ ਸਾਡੇ ਕੋਲ ਇਹ ਜਿਹੜਾ ਵੱਡਾ ਹਾਈਡਰੋਕਾਰਬਨ ਹੈ ਛੋਟੇ ਛੋਟੇ ਹਾਈਡਰੋਕਾਰਬਨ ਦੇ ਵਿੱਚ ਬ੍ਰੇਕ ਹੋ ਜਾਂਦਾ, ਐਂਡ ਦੈਟ ਪ੍ਰੋਸੈਸ ਇਜ਼ ਨੋਨ ਐਜ਼ ਥਰਮਲ ਕ੍ਰੈਕਿੰਗ। ਕਿਸੇ ਚੀਜ਼ ਨੂੰ ਹਾਈ ਟੈਂਪਰੇਚਰ 'ਤੇ ਗਰਮ ਕਰਕੇ ਛੋਟੇ ਹਾਈਡਰੋਕਾਰਬਨਸ ਦੇ ਵਿੱਚ ਤੋੜ ਦਈਏ, ਦ ਪ੍ਰੋਸੈਸ ਇਜ਼ ਨੋਨ ਐਜ਼ ਥਰਮਲ ਕ੍ਰੈਕਿੰਗ। ਸੋ ਦੀਜ਼ ਆਰ ਲੋਅਰ ਹਾਈਡਰੋਕਾਰਬਨਸ। ਕੈਰੋਸਿਨ ਆਇਲ ਹਾਇਰ ਹਾਈਡਰੋਕਾਰਬਨ ਹੈ ਬਿਕੋਜ਼ ਇਹਦੇ ਵਿੱਚ ਕਾਰਬਨ ਦਾ ਨੰਬਰ ਜ਼ਿਆਦਾ ਹੈ, ਰਾਈਟ। ਸੋ ਇਹ ਤਾਂ ਅਸੀਂ ਡਿਸਕਸ ਕਰ ਰਹੇ ਸੀ ਆਇਲ ਗੈਸ ਬਾਰੇ। ਹੁਣ ਆਇਲ ਗੈਸ ਬਾਰੇ ਥੋੜ੍ਹਾ ਜਿਹਾ ਹੋਰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਆਇਲ ਗੈਸ ਮੈਨੂਫੈਕਚਰਿੰਗ ਕਿਸ ਤਰ੍ਹਾਂ ਹੁੰਦੀ ਹੈ ਆਇਲ ਗੈਸ ਦੀ ਬਰੀਫ ਦੇ ਵਿੱਚ ਹੀ ਮੈਂ ਡਿਸਕਸ ਕਰੂੰਗੀ। ਕੈਰੋਸਿਨ ਆਇਲ ਇਜ਼ ਅਲਾਉਡ ਟੂ ਫਾਲ ਡ੍ਰੌਪ ਵਾਈਜ਼ ਔਨ ਦਾ ਬਾਟਮ ਆਫ ਏ ਰੈੱਡ ਹੌਟ ਕਾਸਟ ਆਇਰਨ ਰਿਟੋਰਟ। ਰਿਟੋਰਟ ਵੀ ਇੱਕ ਭੱਠੀ ਦੀ ਤਰ੍ਹਾਂ ਦਾ ਸਾਡੇ ਕੋਲ ਕੰਟੇਨਰ ਦਿੱਤਾ ਹੋਇਆ ਜਿਹਦੇ ਵਿੱਚ ਅਸੀਂ ਡ੍ਰੌਪ ਬਾਈ ਡ੍ਰੌਪ ਆਸਾ ਉੱਪਰ ਲੱਗਿਆ ਹੋਇਆ ਇਹਦੇ ਵਿੱਚ ਤੇਲ ਪੋਰ ਕਰੋਗੇ, ਉਹ ਡ੍ਰੌਪ ਬਾਈ ਡ੍ਰੌਪ ਇਸ ਰੈੱਡ ਹੌਟ ਜਿਹੜੀ ਭੱਠੀ ਹੈ ਦੇ ਰਿਟੋਰਟ ਦੇ ਉੱਤੇ ਗਿਰੂਗਾ, ਰਾਈਟ। heated in a so bottom of the red hot cast iron ਦੀ ਬਣੀ ਹੋਈ ਰਿਟੋਰਟ ਹੈ, heated in a furnace ਜਿਹਨੂੰ ਕਿ ਇੱਕ ਭੱਠੀ ਦੇ ਵਿੱਚ ਰੱਖ ਕੇ ਅਸੀਂ ਹੀਟ ਅਪ ਕਰਦੇ ਹਾਂ। The oil immediately get cracked into a number of lower gases hydrocarbon। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜਾ ਤੇਲ ਹੈ ਕੈਰੋਸਿਨ ਆਇਲ ਹੈ ਉਹਦੀ ਥਰਮਲ ਡੀਕੰਪੋਜੀਸ਼ਨ ਹੋ ਜਾਣੀ ਆ ਲੋਅਰ ਹਾਈਡਰੋਕਾਰਬਨਸ ਦੇ ਵਿੱਚ, ਔਰ ਮੇਨਲੀ ਇਹਦੇ ਵਿੱਚ ਜਿਹੜੀ ਗੈਸ ਜ਼ਿਆਦਾ ਪਰਸੈਂਟੇਜ ਜਿਹੜੀ ਗੈਸ ਦੀ ਹੈ ਦੈਟ ਇਜ਼ ਮੀਥੇਨ ਗੈਸ। ਇਟਸ ਪਰਸੈਂਟੇਜ 25 to 30%, hydrogen gas 50 to 60%, carbon monoxide 10 to 15% and carbon dioxide gas 3%। ਜੇ ਅਸੀਂ ਇਹਦੀ ਪ੍ਰੋਪਰਟੀਜ਼ ਬਾਰੇ ਪੜ੍ਹੀਏ ਸੋ ਇਹਨੂੰ ਬਣਾਉਣ ਦਾ ਜਿਹੜੀ ਰਿਟੋਰਟ ਹੈ ਉਹਦਾ ਸਟਰਕਚਰ ਦਿੱਤਾ ਹੋਇਆ ਜਿਹਦੇ ਥੱਲੇ ਫਰਨਸ ਹੈ। ਫਰਨਸ ਦੇ ਉੱਤੇ ਇੱਕ ਆਇਰਨ ਦਾ ਸਾਡੇ ਕੋਲ ਜਿਹੜਾ ਹੈ ਕਾਸਟ ਆਇਰਨ ਦਾ ਬਣਿਆ ਹੋਇਆ ਵੈਸਲ ਫਿੱਟ ਕੀਤਾ ਹੋਇਆ। ਜਦੋਂ ਇਸ ਫਰਨਸ ਦੇ ਉੱਤੇ ਕੋਲ ਨੂੰ ਅਸੀਂ ਬਰਨ ਕਰਦੇ ਹਾਂ ਉਹਦੇ ਨਾਲ ਹਾਈ ਟੈਂਪਰੇਚਰ ਪ੍ਰੋਡਿਊਸ ਹੁੰਦਾ ਹੈ। ਹਾਈ ਟੈਂਪਰੇਚਰ ਪ੍ਰੋਡਿਊਸ ਹੋਣ ਦੇ ਨਾਲ ਇਹ ਜਿਹੜੀ ਸਾਡੇ ਕਾਸਟ ਆਇਰਨ ਦਾ ਬਣਾਇਆ ਹੋਇਆ ਕੰਟੇਨਰ ਹੈ ਇੱਕਦਮ ਰੈੱਡ ਹੌਟ ਹੋ ਜਾਂਦਾ ਹੈ। ਆ ਸਾਡੇ ਕੋਲ ਆਊਟਲੈਟ ਦਿੱਤਾ ਹੋਇਆ ਗੈਸਿਸ ਵਾਸਤੇ, ਔਰ ਇੱਥੇ ਇੱਕ ਫਨਲ ਪਾਈ ਹੋਈ ਆ
ਰਾਈਟ। ਇਸ ਫਨਲ ਦੇ ਥਰੂ ਆਇਲ ਨੂੰ ਡ੍ਰੌਪ ਬਾਈ ਡ੍ਰੌਪ ਇਸ ਰੈੱਡ ਹੌਟ ਰਿਟੋਰਟ ਉੱਤੇ ਅਸੀਂ ਪੋਰ ਕਰਦੇ ਹਾਂ। ਜਦੋਂ ਡ੍ਰੌਪ ਇਹਦੇ ਸਿੱਟਦੇ ਆ ਇਮੀਡੀਏਟਲੀ ਸਟੀਮ ਬਣ ਜਾਂਦੀ ਉਹਦੀ, ਭਾਫ ਬਣ। ਸੋ ਉਹ ਜਿਹੜੇ ਗੈਸਿਸ ਬਣ ਜਾਂਦੀਆਂ, ਉਹ ਧੂਆਂ, ਉਹ ਗੈਸਿਸ ਸਾਰੀਆਂ ਇਕੱਠੀਆਂ ਹੋ ਕੇ ਸਾਡੇ ਕੋਲ ਇੱਕ ਲੋਅਰ ਹਾਈਡਰੋਕਾਰਬਨ ਦਾ ਮਿਕਸਚਰ ਬਣਾਉਂਦੀ ਹੈ, ਜਿਹਨੂੰ ਅਸੀਂ ਆਇਲ ਗੈਸ ਕਹਿੰਦੇ ਹਾਂ, ਬਿਕੋਜ਼ ਇਹ ਆਇਲ ਤੋਂ ਪੈਦਾ ਹੋਈ ਆ। ਜੇ ਅਸੀਂ ਇਸ ਗੈਸ ਬਾਰੇ ਡਿਸਕਸ ਕਰੀਏ, ਇਹ ਗੁੱਡ ਆਇਲ ਗੈਸ ਇਜ਼ ਗੋਲਡਨ ਯੈਲੋ ਇਨ ਕਲਰ। ਜਿੱਥੇ ਅਸੀਂ ਵਾਟਰ ਗੈਸ ਦੀ ਗੱਲ ਕੀਤੀ ਹੈ ਬਲੂ ਕਲਰ ਦੀ ਹੈ, ਲੇਕਿਨ ਇਹਦੇ ਕਲਰ ਕੀ ਹੈ ਸਾਡੇ ਕੋਲ ਗੋਲਡਨ ਯੈਲੋ ਦਾ। ਇਟਸ ਕਲੋਰੀਫਿਕ ਵੈਲਿਊ ਇਜ਼ 6700 ਕਿਲੋ ਕੈਲੋਰੀ ਪਰ ਮੀਟਰ ਕਿਊਬ। ਸੋ ਇਹ ਅਸੀਂ ਡਿਸਕਸ ਕੀਤਾ ਹੈ ਸਟੂਡੈਂਟਸ ਆਇਲ ਗੈਸ ਬਾਰੇ, ਜਿਹੜੀ ਕਿ ਆਇਲ ਦੀ ਥਰਮਲ ਡੀਕੰਪੋਜੀਸ਼ਨ ਦੇ ਥਰੂ ਤਿਆਰ ਹੁੰਦੀ ਹੈ। ਜੇ ਅਸੀਂ ਇਸੇ ਆਇਲ ਗੈਸ ਨੂੰ ਵਾਟਰ ਗੈਸ ਦੇ ਨਾਲ ਮਿਕਸ ਕਰ ਦਈਏ ਦੈਨ ਫਿਰ ਵਾਟਰ ਗੈਸ ਕਿਹੜੀ ਬਣ ਜਾਂਦੀ ਹੈ? ਕਾਰਬਿਊਰੇਟਡ ਵਾਟਰ ਗੈਸ। ਯਾਦ ਰੱਖਣੀ ਹੈ ਇਹ ਚੀਜ਼। ਨੈਕਸਟ ਟੌਪਿਕ ਜਿਹੜਾ ਅਸੀਂ ਡਿਸਕਸ ਕਰਨ ਲੱਗੇ ਹਾਂ, ਅਗਲਾ ਗੈਸਿਸ ਫਿਊਲ ਆ ਗਿਆ ਸਾਡੇ ਕੋਲ, ਦੈਟ ਇਜ਼ ਦਾ ਕੋਲ ਗੈਸ। ਕੋਲ ਦੀ ਡਿਸਟਰਕਟਿਵ ਸਾਡੇ ਕੋਲ ਡੀਕੰਪੋਜੀਸ਼ਨ ਕਰਨੀ ਅਸੀਂ। ਕੋਲ ਗੈਸ ਇਜ਼ ਓਬਟੇਨਡ ਬਾਈ ਡਿਸਟਰਕਟਿਵ ਡਿਸਟਿਲੇਸ਼ਨ ਆਫ ਕੋਲ, ਰਾਈਟ। ਡਿਸਟਰਕਟਿਵ ਡਿਸਟਿਲੇਸ਼ਨ ਜਿਵੇਂ ਅਸੀਂ ਪੈਟਰੋਲੀਅਮ ਨੂੰ ਤੋੜਦੇ ਆ ਫ੍ਰੈਕਸ਼ਨਲ ਡਿਸਟਿਲੇਸ਼ਨ ਦੇ ਥਰੂ ਹਾਈ ਟੈਂਪਰੇਚਰ 'ਤੇ ਗਰਮ ਕਰਕੇ, ਇਸੇ ਤਰ੍ਹਾਂ ਕੋਲੇ ਨੂੰ ਵੀ ਹਾਈ ਟੈਂਪਰੇਚਰ 'ਤੇ ਗਰਮ ਕਰਕੇ ਅਸੀਂ ਗੈਸਿਸ ਮਟੀਰੀਅਲ ਦੇ ਵਿੱਚ ਚੇਂਜ ਕਰ ਸਕਦੇ ਹਾਂ, ਔਰ ਇਸ ਤੋਂ ਜਿਹੜੀ ਗੈਸ ਬਣਦੀ ਹੈ ਸਾਡੇ ਕੋਲ ਦੈਟ ਇਜ਼ ਨੋਨ ਐਜ਼ ਦਾ ਕੋਲ ਗੈਸ। So coal gas is obtained by destructive distillation of coal rich in volatile matter। ਕੋਲੇ ਦੇ ਵਿੱਚ ਕਾਫੀ ਜ਼ਿਆਦਾ volatile matter ਹੁੰਦੇ ਆ ਜਿਹੜੇ ਭਾਫ ਬਣ ਕੇ ਗੈਸਾਂ ਬਣ ਕੇ ਉੱਡਦੇ ਆ। So that process is performed in a vertical closed iron or silica retort। ਆ retort ਹੈ, ਇਹਦੇ 'ਚ ਭੱਠੀ ਉੱਦਾਂ ਦੀ ਜਿਵੇਂ ਇੱਥੇ ਦਿੱਤੀ ਹੋਈ ਸੀ ਇੱਦਾਂ ਦੀ ਭੱਠੀ ਹੈ, ਰਾਈਟ। ਰਿਟੋਰਟ ਐਟ 1350 ਡਿਗਰੀ ਸੈਂਟੀਗ੍ਰੇਡ। ਇਸ ਰਿਟੋਰਟ ਦੇ ਵਿੱਚ ਅਸੀਂ ਕੋਲੇ ਨੂੰ ਗਰਮ ਕਰਨਾ 1350 ਡਿਗਰੀ ਸੈਂਟੀਗ੍ਰੇਡ ਤੇ। The gases product produced is a mixture of several combustible gases which are known as coal gases। ਜਿਹੜੀ ਵੀ ਗੈਸ ਇਹਦੇ ਵਿੱਚੋਂ ਬਣੂਗੀ ਉਹਦੇ ਵਿੱਚ ਕਾਫੀ ਜ਼ਿਆਦਾ ਜਵਲਨਸ਼ੀਲ ਚੀਜ਼ਾਂ ਹੁੰਦੀਆਂ, ਔਰ ਜਿਹੜੀ ਗੈਸ ਪ੍ਰੋਡਿਊਸ ਹੁੰਦੀ ਹੈ ਅਸੀਂ ਉਹਨੂੰ ਕੋਲ ਗੈਸ ਕਹਿੰਦੇ ਹਾਂ। ਸੋ ਇੱਕ ਵਾਰੀ ਇਸ ਰਿਟੋਰਟ ਦਾ ਸਟਰਕਚਰ ਵੀ ਅਸੀਂ ਦੇਖ ਲਈਏ। ਸਾਡੇ ਕੋਲ ਆ ਫਰਨਸ ਦਿੱਤੀ ਹੋਈ ਹੈ ਜਿਹਦੇ ਵਿੱਚ ਫਿਊਲ ਕਿਹੜਾ ਯੂਜ਼ ਕਰ ਰਹੇ ਹਾਂ ਅਸੀਂ, ਦੈਟ ਇਜ਼ ਪ੍ਰੋਡਿਊਸਰ ਗੈਸ। ਔਰ ਸਾਡੇ ਕੋਲ ਆ ਰਿਟੋਰਟ ਹੈ। ਰਿਟੋਰਟ ਦੇ ਵਿੱਚ ਅਸੀਂ ਸਾਡੇ ਕੋਲ ਹੂਪਰ ਦਿੱਤਾ ਹੋਇਆ ਜਿਹਦੇ ਥਰੂ ਅਸੀਂ ਕੋਲ ਇਹਦੇ 'ਚ ਪੋਰ ਕਰਦੇ ਹਾਂ। ਸੋ ਕੋਲ ਜਦੋਂ ਇਹਦੀ ਡਿਸਟਰਕਟਿਵ ਡਿਸਟਿਲੇਸ਼ਨ ਅਸੀਂ ਕਰ ਦਿੱਤੀ, ਕੋਲ ਜਿਹੜਾ ਕੱਚਾ ਕੋਲਾ ਹੈ ਉਹ ਕਾਹਦੇ 'ਚ ਚੇਂਜ ਹੋ ਜਾਂਦਾ? ਕੋਕ ਦੇ ਵਿੱਚ ਚੇਂਜ ਹੋ ਜਾਂਦਾ। ਵੇਸਟ ਮਟੀਰੀਅਲ ਇਹਦੇ 'ਚ ਕੋਕ ਨਿਕਲਦਾ ਹੈ, ਔਰ ਇਸ ਕੋਕ ਨੂੰ ਤਾਂ ਅਸੀਂ ਇਸ ਹੂਪਰ ਦੇ ਥਰੂ ਓਬਟੇਨ ਕਰ ਲਿਆ। ਫਿਰ ਸਾਡੇ ਕੋਲ ਜਿਹੜੀ ਗੈਸਿਸ ਹੈ ਉਹਨਾਂ ਨੂੰ ਬਾਹਰ ਨਿਕਾਲਣ ਵਾਸਤੇ ਸਾਡੇ ਕੋਲ ਇਹ ਆਊਟਲੈਟ ਹੈ, ਇਹਦੇ ਥਰੂ ਅਸੀਂ ਕੋਲ ਗੈਸ ਜਿਹੜੀ ਹੈ ਇਕੱਠੀ ਕਰ ਸਕਦੇ ਹਾਂ। ਸੋ ਕੋਲ ਦੀ ਡਿਸਟਰਕਟਿਵ ਡਿਸਟਿਲੇਸ਼ਨ ਦੇ ਥਰੂ ਸਾਡੇ ਕੋਲ ਦੋ ਪ੍ਰੋਡਕਟ ਬਣਦੇ ਆ, ਕੋਲ ਗੈਸ ਅਤੇ ਕੋਕ, ਦੋਨੋਂ ਹੀ ਯੂਜ਼ਫੁਲ ਹੈ। ਜਿਹੜਾ ਕੋਕ ਹੈ ਦੈਟ ਕੈਨ ਬੀ ਯੂਜ਼ਡ ਐਜ਼ ਅ ਰਿਡਿਊਸਿੰਗ ਏਜੰਟ ਇਨ ਮੈਟਲਰਜੀਕਲ ਆਪਰੇਸ਼ਨਸ, ਔਰ ਕੋਲ ਗੈਸ ਹੈ ਦਿਸ ਇਜ਼ ਅ ਗੁੱਡ ਫਿਊਲ ਆਲਸੋ। ਪਰਸੈਂਟੇਜ ਕੰਪੋਜੀਸ਼ਨ ਇਹਦੇ ਵਿੱਚ ਵੀ ਮੇਨਲੀ ਸਾਡੇ ਕੋਲ ਕਿਹੜੀ ਗੈਸ ਹੈ? ਮੀਥੇਨ ਗੈਸ ਹੈ, ਹਾਈਡਰੋਜਨ ਗੈਸ ਹੈ, ਕਾਰਬਨ ਮੋਨੋਆਕਸਾਈਡ ਗੈਸ ਹੈ। ਲੇਕਿਨ ਇਸ ਤੋਂ ਇਲਾਵਾ ਲੋਅਰ ਹਾਈਡਰੋਕਾਰਬਨ ਵੀ ਸਾਡੇ ਕੋਲ ਹੈਗੇ ਆ। ਇਹ ਸਾਡੇ ਕੋਲ ਐਸਕਲੀਨ ਹੈਗੀ ਆ, ਈਥੀਨ ਹੈਗੀ ਆ, ਨਾਈਟ੍ਰੋਜਨ ਹੈਗੀ ਆ, ਕਾਰਬਨ ਡਾਈਆਕਸਾਈਡ ਹੈਗੀ ਆ। ਇਹ ਗੈਸਾਂ ਇਹਦੇ ਵਿੱਚ ਹੁੰਦੀਆਂ ਹੈ। ਪਰਸੈਂਟੇਜ ਬਹੁਤੀ ਜ਼ਿਆਦਾ ਯਾਦ ਨਹੀਂ ਰਹਿੰਦੀਆਂ ਹੁੰਦੀਆਂ, ਠੀਕ ਹੈ। ਸਾਨੂੰ ਮਤਲਬ ਕੰਪੋਜੀਸ਼ਨ ਜ਼ਰੂਰ ਪਤਾ ਹੋਣੀ ਚਾਹੀਦੀ ਹੈ ਵੀ ਇਹਦੇ 'ਚ ਹੈ ਕਿਹੜੀਆਂ ਕਿਹੜੀਆਂ ਚੀਜ਼ਾਂ ਸੀ, ਰਾਈਟ। ਨੈਕਸਟ ਆਪਾਂ ਜੇ ਇਹਦੇ ਬਾਰੇ ਡਿਸਕਸ ਕਰੀਏ ਪ੍ਰੋਪਰਟੀਜ਼, ਕੋਲ ਗੈਸ ਬਾਰੇ ਗੱਲ ਕਰ ਰਹੇ ਹਾਂ ਆਪਾਂ। ਕੋਲ ਗੈਸ ਇਜ਼ ਕਲਰਲੈਸ ਐਂਡ ਹੈਜ਼ ਏ ਕਰੈਕਟਰਿਸਟਿਕ ਆਰਡਰ। ਇਹਦੇ ਵਿੱਚ ਇੱਕ ਖਾਸ ਇਹਦੀ ਸਮੈਲ ਹੈ, ਰਾਈਟ। ਇਟ ਇਜ਼ ਲਾਈਟ ਦੈਨ ਏਅਰ ਐਂਡ ਸਲਾਈਟਲੀ ਸੋਲੂਬਲ ਇਨ ਵਾਟਰ। ਪਾਣੀ 'ਚ ਘੁਲਣਸ਼ੀਲ ਹੈ, ਰਾਈਟ। ਹਵਾ ਨਾਲੋਂ ਹਲਕੀ ਹੁੰਦੀ ਹੈ। ਇਟ ਬਰਨਸ ਵਿਦ ਲੌਂਗ ਸਮੋਕੀ ਫਲੇਮ। ਇਟਸ ਕਲੋਰੀਫਿਕ ਵੈਲਿਊ ਇਜ਼ 4000 to 5000 ਕਿਲੋ ਕੈਲੋਰੀ ਪਰ ਮੀਟਰ ਕਿਊਬ। ਬਹੁਤ ਕਾਫੀ ਜ਼ਿਆਦਾ ਹੈ ਇਹਦੀ ਕੈਲੋਰੀਫਿਕ ਵੈਲਿਊ ਇਨ ਕੰਪੈਰੀਜ਼ਨ ਟੂ ਅਦਰ ਗੈਸਿਸ ਫਿਊਲ ਵਿਚ ਵੀ ਹੈਵ ਆਲਰੇਡੀ ਡਿਸਕਸਡ ਇਨ ਆਵਰ ਪ੍ਰੀਵੀਅਸ ਲੈਕਚਰਸ। ਯੂਜ਼ਸ ਕੋਲ ਗੈਸ ਕਿੱਥੇ ਕਿੱਥੇ ਯੂਜ਼ ਹੋ ਸਕਦੀ ਹੈ? ਕੋਲ ਗੈਸ ਇਜ਼ ਯੂਜ਼ਡ ਐਜ਼ ਅ ਹੀਟਿੰਗ ਫਿਊਲ and as an illuminant।
ਹੀਟਿੰਗ ਪਰਪਸ ਵਾਸਤੇ ਵੀ ਔਰ ਲਾਈਟ ਪੈਦਾ ਕਰਨ ਲੈਂਪ ਜਲਾਉਣ ਵਾਸਤੇ ਵੀ ਯੂਜ਼ ਹੁੰਦੀ ਹੈ ਇਹ। ਇਟ ਇਜ਼ ਯੂਜ਼ ਟੂ ਪ੍ਰੋਵਾਈਡ ਰਿਡਿਊਸਿੰਗ ਐਟਮੋਸਫੇਅਰ ਇਨ ਮੈਟਲਰਜੀਕਲ ਆਪਰੇਸ਼ਨ, ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਐਜ਼ ਅ ਰਿਡਿਊਸਿੰਗ ਏਜੰਟ ਸਮੈਲਟਿੰਗ ਦੇ ਦੌਰਾਨ ਇਹਨੂੰ ਯੂਜ਼ ਕੀਤਾ ਜਾ ਸਕਦਾ ਹੈ। ਸੋ ਇਟ ਇਜ਼ ਆਲਸੋ ਨੋਨ ਐਜ਼ ਟਾਊਨ ਗੈਸ, ਕਿਉਂਕਿ ਅਸੀਂ ਇਹ ਕਿਹਾ ਕਿ ਇਹਨੂੰ ਲੈਂਪ ਲਾਈਟਨਿੰਗ ਪਰਪਸ ਵਾਸਤੇ ਵੀ ਯੂਜ਼ ਕੀਤਾ ਜਾਂਦਾ ਸੀ, ਇਸ ਕਰਕੇ ਇਸ ਗੈਸ ਨੂੰ ਟਾਊਨ ਗੈਸ ਵੀ ਕਿਹਾ ਜਾਂਦਾ ਸੀ ਫॉर ਡੋਮੈਸਟਿਕ ਪਰਪਸ, ਰਾਈਟ। ਸੋ ਇਹ ਆਪਾਂ ਡਿਸਕਸ ਕੀਤਾ ਅਬਾਊਟ ਦਾ ਕੋਲ ਗੈਸ। ਇਸ ਤੋਂ ਅੱਗੇ ਜਿਹੜੀ ਸਾਡੇ ਕੋਲ ਗੈਸਿਸ ਫਿਊਲ ਹੈ ਦੈਟ ਇਜ਼ ਦਾ ਹਾਈਡਰੋਜਨ। ਹਾਈਡਰੋਜਨ ਦੀ ਕਲੋਰੀਫਿਕ ਵੈਲਿਊ ਬਹੁਤ ਜ਼ਿਆਦਾ, ਲੇਕਿਨ ਇਹਦੀ ਬਰਨਿੰਗ ਅਨਕੰਟਰੋਲਡ ਹੋਣ ਕਰਕੇ ਅਸੀਂ ਇਹਨੂੰ ਫਿਊਲ ਦੇ ਤੌਰ ਤੇ ਨਹੀਂ ਵਰਤਦੇ। ਅੱਜ ਕੱਲ੍ਹ ਜਿਹੜੇ ਫਿਊਲ ਸੈਲਸ ਹੈਗੇ ਉੱਥੇ ਹਾਈਡਰੋਜਨ ਗੈਸ ਬੇਸਿਕਲੀ ਫਿਊਲ ਦੇ ਤੌਰ ਤੇ ਵਰਤੀ ਜਾਂਦੀ ਹੈ। ਇਟ ਇਜ਼ ਏ ਲਾਈਟੈਸਟ ਐਲੀਮੈਂਟ known to hydrogen is 9th most abundant element. It is the lightest element, ਹਜੇ ਤੱਕ ਜਿੰਨੇ ਵੀ ਐਲੀਮੈਂਟ ਪਏ ਸਾਰੇ ਨਾਲ ਹਲਕਾ ਹੈ, ਔਰ 9th most abundant element ਹੁੰਦਾ ਅਰਥ ਤੇ 9ਵਾਂ ਸਭ ਨਾਲੋਂ ਜ਼ਿਆਦਾ ਮਿਲਣ ਵਾਲਾ ਐਲੀਮੈਂਟ ਹੈ। ਇਟ ਫਾਰਮ 0.15% ਆਫ ਅਰਥ ਕਰਸਟ, ਇੰਨੀ ਪਰਸੈਂਟੇਜ ਧਰਤੀ ਤੇ ਇਹਦੀ ਮਿਲਦੀ ਹੈ। ਪ੍ਰੈਪਰੇਸ਼ਨ ਕਿਸ ਤਰੀਕੇ ਦੇ ਨਾਲ ਅਸੀਂ ਪ੍ਰਪੇਅਰ ਕਰ ਸਕਦੇ ਹਾਂ? ਹਾਈਡਰੋਜਨ ਕੈਨ ਬੀ ਪ੍ਰੀਪੇਅਰਡ ਬਾਈ ਦ ਇਲੈਕਟ੍ਰੋਲਿਸਿਸ ਆਫ ਵਾਟਰ, ਪਾਣੀ ਦੇ ਵਿੱਚ ਉਹਦੀ ਬਿਜਲੀ ਪਾਸ ਕਰ ਦਿਓ, ਰਾਈਟ। ਇਹਦੀ ਆਇਓਨਾਈਜੇਸ਼ਨ ਹੋ ਜਾਣੀ ਹੈ ਵਾਟਰ ਦੀ, ਹਾਈਡਰੋਜਨ ਆਇਨ ਕੈਟਾਇਨ ਬਣ ਜਾਣਗੇ, OH ਆਇਨ ਐਨਾਇਨ। ਕੈਟਾਇਨ ਕੈਥੋਡ ਤੇ ਜਾ ਕੇ ਇਹਦੀ ਡੀ ਆਇਓਨਾਈਜੇਸ਼ਨ ਹੋ ਜਾਣੀ ਹੈ ਐਨਾਇਨ ਦੀ ਐਨੋਡ ਤੇ ਜਾ ਕੇ। ਸੋ ਕੈਥੋਡ ਦੇ ਵਿੱਚ ਉੱਤੇ ਜਾ ਕੇ ਹਾਈਡਰੋਜਨ ਆਇਨ ਗਏ, 2 ਇਲੈਕਟ੍ਰੋਨ ਕੈਥੋਡ ਤੋਂ ਲੈ ਕੇ ਹਾਈਡਰੋਜਨ ਗੈਸ 'ਚ ਚੇਂਜ ਹੋ ਗਏ, ਰਾਈਟ। ਤਾਂ ਸਾਡੇ ਕੋਲ ਕੈਥੋਡ ਤੇ ਹਾਈਡਰੋਜਨ ਗੈਸ ਪ੍ਰੋਡਿਊਸ ਹੋਊਗੀ, ਉਹਨੂੰ ਅਸੀਂ ਕਿਸੇ ਵੈਸਲ ਦੇ ਵਿੱਚ ਇਕੱਠਾ ਕਰ ਸਕਦੇ ਹਾਂ। ਰਿਐਕਸ਼ਨ ਐਟ ਐਨੋਡ ਦੇ ਉੱਤੇ OH ਆਇਨ ਜਾਂਦੇ ਆ, 4 ਇਲੈਕਟ੍ਰੋਨ ਡੋਨੇਟ ਕਰਕੇ ਇਟ ਵਿਲ ਪ੍ਰੋਡਿਊਸ ਆਕਸੀਜਨ ਗੈਸ ਐਂਡ ਵਾਟਰ ਮੋਲੀਕਿਊਲ। ਸੋ ਇਸ ਪ੍ਰੋਸੈਸ ਦੇ ਵਿੱਚ ਸਾਡੇ ਕੋਲ ਆਕਸੀਜਨ ਗੈਸ ਤੇ ਹਾਈਡਰੋਜਨ ਗੈਸ ਦੋਨੋਂ ਹੀ ਪੈਦਾ ਹੁੰਦੀਆਂ, ਯਾਦ ਰੱਖਣਾ ਇਹ ਗੱਲ, ਰਾਈਟ। ਸੋ ਹਾਈਡਰੋਜਨ ਤੇ ਆਕਸੀਜਨ ਗੈਸ ਦੋਨੋਂ ਹੀ ਪੈਦਾ ਹੁੰਦੀਆਂ, ਦੈਟਸ ਵਾਈ ਫਿਊਲ ਸੈਲ ਦੇ ਵਿੱਚ ਅਸੀਂ ਇਹ ਪ੍ਰੋਸੈਸ ਯੂਜ਼ ਕਰਦੇ ਹਾਂ। ਅਗਲਾ ਪ੍ਰੋਸੈਸ ਜਿਹੜਾ ਹਾਈਡਰੋਜਨ ਦੀ ਸਾਡੇ ਕੋਲ ਪ੍ਰੋਡਕਸ਼ਨ ਵਾਸਤੇ ਦਿੱਤਾ ਹੋਇਆ ਦੈਟ ਇਜ਼ ਬੋਸ਼ ਪ੍ਰੋਸੈਸ। It is prepared with the help of steam and water gas in the presence of catalyst. So ਇਹਨੂੰ steam ਤੇ water gas ਤੋਂ ਵੀ ਅਸੀਂ prepare ਕਰ ਸਕਦੇ ਹਾਂ। water gas ਕਾਰਬਨ, ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ, ਦਿਸ ਇਜ਼ ਦਾ ਮਿਕਸਚਰ ਆਫ ਕਾਰਬਨ ਮੋਨੋਆਕਸਾਈਡ ਐਂਡ ਹਾਈਡਰੋਜਨ ਗੈਸ, ਰਾਈਟ। ਇਹਦੇ ਤੇ ਫਰਦਰ ਸਟੀਮ ਦਾ ਰਿਐਕਸ਼ਨ ਕਰ ਦੇਣਾ। ਇਨ ਦ ਪ੍ਰੈਜ਼ੈਂਸ ਆਫ ਆਇਰਨ ਆਕਸਾਈਡ ਐਂਡ ਕ੍ਰੋਮੀਅਮ ਆਕਸਾਈਡ ਕੈਟਲਿਸਟ ਐਟ ਦ ਟੈਂਪਰੇਚਰ ਆਫ 773 ਕੈਲਵਿਨ। ਸੋ ਜਦੋਂ ਇੰਨੇ ਟੈਂਪਰੇਚਰ ਤੇ ਇਹਨਾਂ ਦੋਨਾਂ ਪ੍ਰੋਡਕਟ ਵਾਟਰ ਗੈਸ ਐਂਡ ਸਟੀਮ ਨੂੰ ਅਸੀਂ ਰਿਐਕਟ ਕਰਦੇ ਹਾਂ, we will get the mixture of carbon dioxide gas and hydrogen gas, and this hydrogen will be useful for us, ਜਿਹਨੂੰ ਅਸੀਂ as a fuel use ਕਰ ਸਕਦੇ ਹਾਂ। uses of hydrogen, it is used in oxyhydrogen welding torch ਦੇ ਵਿੱਚ ਯੂਜ਼ ਹੁੰਦੀ ਹੈ। oxyhydrogen welding torch ਮਤਲਬ ਆਕਸੀਜਨ ਤੇ ਹਾਈਡਰੋਜਨ ਨੂੰ ਵੈਲਡਿੰਗ ਪਰਪਸ ਵਾਸਤੇ ਯੂਜ਼ ਕਰਨਾ ਸੀ। ਲਿਕੁਇਡ ਹਾਈਡਰੋਜਨ ਇਜ਼ ਯੂਜ਼ਡ ਐਜ਼ ਅ ਰॉकेट ਫਿਊਲ, ਸੋ ਵੈਰੀ ਗੁੱਡ ਯੂਜ਼ ਆਫ ਦਿਸ ਹਾਈਡਰੋਜਨ ਗੈਸ, ਕਿ ਅਸੀਂ ਇਹਨੂੰ ਰॉकेट ਫਿਊਲ ਦੇ ਤੌਰ ਤੇ ਵਰਤਦੇ ਹਾਂ, ਰਾਈਟ। ਸੋ ਜਿਹੜਾ ਇਹ ਸਾਡੇ ਕੋਲ ਹੈ ਫਿਊਲ ਸੈਲ ਬਣਾਉਣ ਦੇ ਕੰਮ ਆਉਂਦੀ ਹੈ। ਇਟ ਇਜ਼ ਯੂਜ਼ਡ ਐਜ਼ ਅ ਫਿਊਲ ਇਨ ਹਾਈਡਰੋਜਨ ਆਕਸੀਜਨ ਫਿਊਲ ਸੈਲ। ਗੱਲ ਆ ਗਈ ਨਾ ਇੱਥੇ ਕਿ ਹਾਈਡਰੋਜਨ ਆਕਸੀਜਨ ਫਿਊਲ ਸੈਲ ਦੇ ਵਿੱਚ ਜਿਹੜਾ ਫਿਊਲ ਹੈ ਦੈਟ ਇਜ਼ ਦਾ ਹਾਈਡਰੋਜਨ ਗੈਸ। ਆਕਸੀਜਨ ਗੈਸ ਤਾਂ ਬਰਨਿੰਗ ਵਾਸਤੇ ਚਾਹੀਦੀ ਹੁੰਦੀ ਹੈ, ਸੋ ਇਟ ਇਜ਼ ਅ ਆਕਸੀਡਾਈਜ਼ਰ, ਠੀਕ ਹੈ। ਤਾਂ ਆਕਸੀਜਨ ਗੈਸ ਚਾਹੀਦੀ ਹੁੰਦੀ ਆ। ਸੋ ਇਸ ਮਤਲਬ ਇਸ ਤਰੀਕੇ ਦੇ ਨਾਲ ਵਾਟਰ ਨੂੰ ਬ੍ਰੇਕ ਕਰਕੇ ਅਸੀਂ ਹਾਈਡਰੋਜਨ ਤੇ ਆਕਸੀਜਨ ਗੈਸ ਪ੍ਰੋਡਿਊਸ ਕਰੀਏ, ਬਾਅਦ ਦੇ ਵਿੱਚ ਦੋਨਾਂ ਨੂੰ ਰਿਐਕਟ ਕਰ ਦਈਏ। ਸੋ ਇਟ ਕੈਨ ਬੀ ਯੂਜ਼ਡ ਇਨ ਹਾਈਡਰੋਜਨ ਆਕਸੀਜਨ ਫਿਊਲ ਸੈਲ। ਮਾਡਰਨ ਕਾਰਸ ਰਨ ਔਨ ਦਿਸ ਫਿਊਲ ਸੈਲ। ਅੱਜ ਕੱਲ੍ਹ ਦੀਆਂ ਜਿਹੜੀਆਂ ਕਾਰਾਂ ਆ ਉਹ ਇਸ ਫਿਊਲ ਸੈੱਲ ਦੇ ਉੱਤੇ ਰਨ ਕਰਦੀਆਂ। ਪਹਿਲਾਂ ਅਸੀਂ ਪ੍ਰਾਇਮਰੀ ਸੈੱਲ ਕੀਤੇ, ਸੈਕੰਡਰੀ ਸੈੱਲ ਕੀਤੇ। ਨਾਓ ਦਿਸ ਇਜ਼ ਦਾ ਟਾਈਮ ਆਫ ਨੈਕਸਟ ਜਨਰੇਸ਼ਨ ਆਫ ਸੈਲਸ ਵਿਚ ਇਜ਼ ਨੋਨ ਐਜ਼ ਦਾ ਫਿਊਲ ਸੈੱਲ। ਸੋ ਹਜੇ ਤੱਕ ਆਪਾਂ ਜਿਹੜੀਆਂ ਇਹ ਗੈਸਿਸ ਡਿਸਕਸ ਕੀਤੇ ਆ, ਗੈਸਿਸ ਫਿਊਲ, ਜਿਹਦੇ ਵਿੱਚ ਪਹਿਲੇ ਨੰਬਰ 'ਤੇ ਮੈਂ ਜਿਹੜੀ ਆ ਬਾਇਓਗੈਸ ਡਿਸਕਸ ਕੀਤੀ ਹੈ ਤੁਹਾਡੇ ਨਾਲ। ਉਸ ਤੋਂ ਬਾਅਦ ਆਪਾਂ ਜਿਹੜੀਆਂ ਗੈਸਿਸ ਡਿਸਕਸ ਕੀਤੀਆਂ ਦੈਟ ਇਜ਼ ਅਦਰ ਵਨ ਇਜ਼ ਦੈਟ ਇਜ਼ ਵਾਟਰ ਗੈਸ, ਫਿਰ ਆਪਾਂ ਡਿਸਕਸ ਕੀਤੀ ਹੈ। ਵਾਟਰ ਗੈਸ ਤੋਂ ਬਾਅਦ ਹੋਰ ਡਿਟੇਲ ਦੇ ਵਿੱਚ ਆਪਾਂ ਜਿਹੜੀ ਗੈਸਿਸ ਡਿਸਕਸ ਕੀਤੀ ਹੈ
ਕਾਰਬੋਰੇਟਿਡ ਵਾਟਰ ਗੈਸ ਡਿਸਕਸ ਕੀਤੀ ਹੈ। ਉਸ ਤੋਂ ਬਾਅਦ ਆਪਾਂ ਪ੍ਰੋਡਿਊਸਰ ਗੈਸ ਬਾਰੇ ਡਿਸਕਸ਼ਨ ਕੀਤੀ ਹੈ। ਪ੍ਰੋਡਿਊਸਰ ਗੈਸ ਦੇ ਡਿਸਕਸ਼ਨ ਤੋਂ ਬਾਅਦ ਆਪਾਂ ਪੜ੍ਹਿਆ ਹੈ ਜੀ ਆਇਲ ਗੈਸ ਦੇ ਬਾਰੇ, ਫਿਰ ਅਸੀਂ ਕੋਲ ਗੈਸ ਦੇ ਬਾਰੇ ਪੜ੍ਹਿਆ। ਨੈਕਸਟ ਇਜ਼ ਹਾਈਡਰੋਜਨ ਗੈਸ ਬਾਰੇ ਆਪਾਂ ਪੜ੍ਹਿਆ। ਸੋ ਇਹ ਸਾਡੇ ਕੋਲ ਗੈਸਿਸ ਫਿਊਲ ਕੁਛ ਇੱਕ ਡਿਸਕਸ ਕੀਤੇ ਆ, ਪ੍ਰਾਇਮਰੀ ਤੇ ਸੈਕੰਡਰੀ ਗੈਸਿਸ ਫਿਊਲ ਇਹਨਾਂ ਲੈਕਚਰਸ ਦੇ ਵਿੱਚ। ਹੁਣ ਆਪਾਂ ਜਿਹੜੇ ਨੈਕਸਟ ਫਿਊਲਸ ਡਿਸਕਸ ਕਰਨੇ ਆ, ਦੋਜ਼ ਫਿਊਲਸ ਵਿਲ ਬੀ ਲਿਕੁਇਡ ਫਿਊਲਸ। ਹਜੇ ਕੁਛ ਇੱਕ ਗੈਸਿਸ ਫਿਊਲ ਬਾਰੇ ਆਪਾਂ ਡਿਸਕਸ ਕਰਨਾ ਬਾਕੀ ਹੈ। ਸੋ ਇਸ ਵੀਡੀਓ ਦੇ ਵਿੱਚ ਹਜੇ ਤੱਕ ਇੰਨਾ ਹੀ ਸਟੂਡੈਂਟਸ। ਥੈਂਕ ਯੂ ਵੈਰੀ ਮਚ। ਤੇ ਅਗਲੀ ਜਿਹੜੀ ਵੀਡੀਓ ਹੈ ਉਹ ਆਪਾਂ ਲਿਕੁਇਡ ਫਿਊਲਸ ਬਾਰੇ ਡਿਸਕਸ ਕਰਾਂਗੇ। ਸੋ ਲਿਕੁਇਡ ਫਿਊਲਸ ਉਹ ਨੈਕਸਟ ਵੀਡੀਓ ਦੇ ਵਿੱਚ ਮੈਂ ਇਹਨਾਂ ਫਿਊਲ ਬਾਰੇ ਡਿਸਕਸ ਕਰੂੰਗੀ। ਥੈਂਕ ਯੂ ਵੈਰੀ ਮਚ ਸਟੂਡੈਂਟਸ।